हमो नानकियस्त हमो अमृतयस्त हमो अमरदास अफजलो अमजदयस्त हमो रामदासो हमो अर्जनयस्त हमो हर गोविंदो अक्रमो ऐसनयस्त हमो अस्त हर राय करता गुरु बदो शिकारा हम पुस्तोरु हमो हर किशन आमदे सर बुलंद अजय हास उम्मीद हर मुस्तमन हमो अस्त तेग बहादुर गुरु के गोविंद सिंह आनंद अज नूरे हमो गुरु गोविंद सिंह हमो नानकियस हमो रतन जोहर हमो मानकियस गुरबाणी इस जग में चानन कर्म वसै मन आए जिन्ना सास गिरास ना विसर हर नामा मन मंत धन से नानका पूरन सोई संत। 146 अंग तो गुरु गरीब नवाज अज दी विचार बख्शरे ने 146 अंग अज दी लड़ी का महाराज ने बख्शिया। माज की वार महला पहला 17 नंबर पौड़ी जिदे नाल 2 श्लोक जुड़े हुए ने। दोवें श्लोकां दी विचार पिछले दीवाना च सांझी हुई है। आओ पौड़ी दी विचार सांझी करते हैं। पौड़ी दे अंदर 3 प्रकार दे विचार दिते हैं। 8 लाइनां दी पौड़ी है। पहलियां 3 लाइनां दे विच ये दस्या गया है कि मनुख दी कमजोरी जिस कारण रब दी शक्ति ओदे नाल नहीं चलती, परमात्मा दी शक्ति ओदे नाल चले ऐसी उसनों समझ चाहिए, क्योंकि परमात्मा ही सर्वशक्तिमान है। वो शक्ति साडे नाल चले एदी समझ चाहिए, एदी समझ है नहीं। ध्यान रहे रब तो बगैर असी हर हालत विच इकल्ले, हर हालत विच इकल्ले। पर रब साडे नाल चले, ओदी शक्ति साडे नाल पूरी काम करे, ओदियां कमजोरियां साडे सामने गुरु पातशाह ने दसियां ने कि किस कारण मनुख जिहड़ा है उस शक्ति नूं नाल नहीं लै पांदा, जिहड़ी मिली हुई है वो भी गवांदा रहिंदा है। नवीं प्राप्त करन दी सूझ कोई नहीं ते पुरानी गवा रिहा है, ओदी भी सूझ कोई नहीं। फिर बने गल किवें, ਇਹਦੇ ਉੱਤੇ एक विचार गुरु पातशाह ने दिता है कि किवें गल बन सकती है, तरीका की है। रब शक्ति मेरे नाल चले, परमात्मा मेरे नाल चले, मैनूं ऐसा की करन दी लोड़ है। तीसरी गल ये कही है कि परमात्मा ज्ञानवान हस्ती है, वो कोई एवें नहीं है। जिवें कहा गया ना कबीर साहब ने, माथे तिलक हाथ माला बाणा, लोगन राम खिलौना जाना। मथे ते तिलक ला लिया, हाथ विच माला पकड़ ली, ते कोई खास तरह का पहरावा पहन लिया भी शायद रब खुश हो जाए। कहते ते खिलौने ने, रब इन्हां खिलौणियां नाल नहीं खुश होंदा। लोगन राम खिलौना जाना, रब नूं भी बंदा खिलौना समझदा है कि चलो मन परचावा ही हो जाए। मन नूं खुश करन वास्ते तिलक ला लिया,
ਮਨ ਨੂੰ ਖੁਸ਼ ਕਰਨ ਵਾਸਤੇ ਮਾਲਾ ਫੜ ਲਈ। ਇੱਥੇ ਕਹਾਣੀ ਕੁਝ ਹੋਰ ਹੈ। ਇੱਥੇ ਤੇ ਥਿੰਕਿੰਗ ਨੂੰ ਵਾਸ਼ ਕਰਨੇ, ਸ਼ੁੱਧ ਕਰਨੇ, ਪਿਓਰ ਕਰਨੇ। ਤੋ ਆਓ ਇਹ 3 ਵਿਚਾਰ ਗੁਰੂ ਪਾਤਸ਼ਾਹ ਨੇ ਦਿੱਤੇ ਨੇ। 8 ਲਾਈਨਾਂ ਦੀ ਪੌੜੀ ਹੈ। ਪਹਿਲੀਆਂ 3 ਲਾਈਨਾਂ, ਫਿਰ ਅਗਲੀਆਂ 3 ਲਾਈਨਾਂ, 6। ਪਹਿਲੀਆਂ 3 ਲਾਈਨਾਂ ਵਿੱਚ ਮਨੁੱਖੀ ਕਮਜ਼ੋਰੀ ਜਿਹਦੇ ਕਾਰਨ ਰੱਬ ਇਹਦੇ ਨਾਲ ਨਹੀਂ ਚੱਲਦਾ। ਅਗਰ ਉਹ ਚੱਲੇ ਤੇ ਫਿਰ ਕੋਈ ਪ੍ਰੋਬਲਮ ਹੀ ਨਹੀਂ। ਫਿਰ ਕਾਹਦੀ ਪ੍ਰੋਬਲਮ ਹੈ? ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਫਿਰ ਕੋਈ ਦਿੱਕਤ ਹੀ ਨਹੀਂ ਹੈ। ਜਾਮ ਗੁਰੂ ਹੋਏ ਵੱਲ ਧੰਨੇ ਕਿਆ ਗਰਭ ਦੀਜੇ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਧਿਆਨ ਰਹੇ, ਜਿੰਨੀ ਆਸਾਨੀ ਨਾਲ ਮੈਂ ਗੱਲ ਕਹਿ ਰਿਹਾ, ਇੰਨੀ ਆਸਾਨੀ ਵਾਲੀ ਗੱਲ ਹੈ ਨਹੀਂ। ਪਰ ਇੱਕ ਕੋਸ਼ਿਸ਼, ਇੱਕ ਵਿਚਾਰ ਹੈ ਗੁਰੂ ਸਾਹਿਬ ਸਾਨੂੰ ਦੇ ਰਹੇ ਨੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ। ਫਿਰ ਤੇ ਕੁਛ ਵੀ, ਲੱਖ ਬਾਹਾਂ ਵੀ ਕੁਛ ਨਹੀਂ ਕਰ ਸਕਦੀਆਂ। ਪਰ ਐਸਾ ਹੋਵੇ ਕਿਸ ਤਰ੍ਹਾਂ? ਕਮਜ਼ੋਰੀ ਤੇ ਸਾਡੀ ਆਪਣੀ ਹੈ, ਰੱਬ ਵੱਲੋਂ ਤੇ ਕੋਈ ਕਮਜ਼ੋਰੀ ਨਹੀਂ। ਰੱਬ ਤੇ ਇੱਕ ਜਿੰਦੀ ਜਾਗਦੀ ਹਸਤੀ ਹੈ, ਪਰਫੈਕਟ ਹੈ, ਆਪਣੇ ਆਪ 'ਚ ਪੂਰਨ ਹੈ। ਕਮਜ਼ੋਰੀ ਮਨੁੱਖ ਦੀ ਹੈ, ਔਰ ਮਨੁੱਖ ਨੂੰ ਗਿਆਨ ਨਹੀਂ ਹੈ। ਤੇ ਉਸ ਕਮਜ਼ੋਰੀਆਂ ਦਾ ਜ਼ਿਕਰ ਪਹਿਲੀਆਂ 3 ਲਾਈਨਾਂ 'ਚ ਕਰਕੇ ਅਗਲੀਆਂ 3 ਲਾਈਨਾਂ ਦੇ ਵਿੱਚ ਉਹਦਾ ਇੱਕ ਸਲੂਸ਼ਨ ਹੈ, ਅੱਧਾ ਸਲੂਸ਼ਨ। ਅਗਲੀਆਂ ਲਾਸਟ 2 ਲਾਈਨਾਂ ਦੇ ਵਿੱਚ ਫਿਰ ਪੂਰੀ ਗੱਲ ਕੀਤੀ ਹੈ ਕਿ ਇਹ ਕੰਮ ਇੰਜ ਹੋਏਗਾ। ਤਾਂ ਆਓ ਇਹਨੂੰ ਵਿਚਾਰਦੇ ਹਾਂ, ਪਹਿਲੀਆਂ 3 ਲਾਈਨਾਂ ਨੂੰ ਸਮਝਦੇ ਹਾਂ। ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ। ਕਹਿੰਦੇ ਮੈਂ ਸੱਚ ਸੁਣਾਉਂਦਾ ਹਾਂ, ਸੱਚ ਤੁਹਾਨੂੰ ਕਹਿੰਦਾ ਹਾਂ। ਗੁਰੂ ਸਾਹਿਬ ਆਪਣਾ ਤਜਰਬਾ ਦੱਸ ਰਹੇ ਨੇ। ਕਹਿੰਦੇ ਮੈਂ ਦੁਨੀਆ ਦੇ ਲੋਗੋਂ ਸੱਚ ਸੁਣਾਨਾ। ਹੇ ਰੱਬ ਜੀ, ਜੇ ਤੁਸੀਂ ਮੇਰੇ ਨਾਲ ਹੋ, ਜਾਂ ਤੂੰ, ਫਿਰ ਤਾਂ ਕਿਆ ਹੋਰ? ਫਿਰ ਹੋਰ ਕਿਸ ਦੀ ਲੋੜ ਹੈ? ਜਦੋਂ ਤੂੰ ਹੀ ਆ ਗਿਆ ਮੇਰੇ ਨਾਲ, ਜਦੋਂ ਤੇਰੀ ਸ਼ਕਤੀ ਮੇਰੇ ਨਾਲ ਚੱਲਣ ਲੱਗ ਪਈ, ਤੇ ਫਿਰ ਮੈਨੂੰ ਹੁਣ ਕੀ ਲੋੜ ਹੈ ਕਿਸੇ ਦੀ ਨਹੀਂ। ਮੈਂ ਸੱਚ ਸੁਣਾਨਾ ਵੀ ਅਗਰ ਰੱਬ ਦੀ ਸ਼ਕਤੀ ਭਾਵ ਕਿ ਰੱਬ ਜੀ ਮੇਰੇ ਨਾਲ ਚੱਲਣ, ਤੇ ਫਿਰ ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਹੋ ਸਕਦੀ। ਕਿਸੇ ਦੀ ਫਿਰ ਮੁਹਤਾਜੀ ਨਹੀਂ, ਫਿਰ ਕਿਸੇ ਦਾ ਗੁਲਾਮ ਨਹੀਂ ਬਣਨਾ ਪਏਗਾ, ਕਿਸੇ ਕੇ ਹੱਥ ਅੱਡ ਕੇ ਕੁਝ ਮੰਗਣਾ ਨਹੀਂ ਪਏਗਾ। ਫਿਰ ਲੋੜ ਨਹੀਂ ਰਹੀ। ਫਿਰ ਉਹਨਾਂ ਅੱਗੇ ਹੀ ਹੱਥ ਫੈਲਾਉਂਦੇ ਨੇ ਲੋਕ, ਐਸੇ ਪੁਰਸ਼ਾਂ ਅੱਗੇ ਹੀ ਆ ਕੇ ਝੁਕਦੇ ਨੇ, ਉਹਨਾਂ ਕੋਲੋਂ ਹੀ ਮੰਗਦੇ ਨੇ। ਉਹ ਫਿਰ ਮੁਹਤਾਜ ਹੋ ਜਾਂਦੇ, ਨਹੀਂ ਰਹਿੰਦੇ ਕਿਸੇ ਦੇ, ਬੇਮੁਹਤਾਜ ਹੁੰਦੇ ਨੇ ਲੋਕ, ਉਹਨਾਂ ਦੇ ਮੁਹਤਾਜ ਹੋ ਜਾਂਦੇ ਨੇ। ਹੇ ਪ੍ਰਭੂ, ਜੇ ਤੂੰ ਮੇਰਾ ਹੋ ਗਿਆ ਤਾਂ ਫਿਰ ਹੋਰ ਮੈਂ ਕਿਸ ਦੀ ਮੁਹਤਾਜੀ ਗੁਲਾਮੀ ਕਰਾਂ? ਇਹ ਮੈਂ ਸੱਚ ਕਹਿਣਾ, ਫਿਰ ਨਹੀਂ ਲੋੜ ਰਹਿੰਦੀ। ਪਰ ਕੀਤਾ ਕੀ ਜਾਏ, ਇਹ ਕੰਮ ਬਣਦਾ ਨਹੀਂ, ਕਿਉਂਕਿ ਮੁੱਠੀ ਧੰਦੇ ਚੋਰ ਮੈਲ ਨਾ ਪਾਈ ਹੈ। ਮੁੱਠੀ ਹੁੰਦਾ ਹੈ ਠੱਗਣ ਵਾਲਾ। ਕਹਿੰਦੇ ਜਿਹੜਾ ਧੰਦਾ ਹੈ ਨਾ, ਧੰਦਾ ਇਹ ਹੈ ਚੋਰ। ਇਹ ਮਨੁੱਖ ਨੂੰ ਠੱਗ ਲੈਂਦਾ, ਮੁੱਠ ਲੈਂਦਾ। ਕਹਿੰਦੇ ਜਿਹੜਾ ਚੋਰ ਧੰਦਾ ਬੰਦੇ ਨੂੰ ਅਗਰ ਲੁੱਟ ਲੈ, ਤੇ ਫਿਰ ਉਹ ਬੰਦਾ ਰੱਬ ਦੇ ਮਹਿਲ ਨੂੰ ਨਹੀਂ ਪਾ ਸਕਦਾ, ਰੱਬ ਦੇ ਮਹਿਲਾਂ 'ਚ ਨਹੀਂ ਜਾ ਸਕਦਾ। ਰੱਬ ਦੇ ਮਹਿਲਾਂ 'ਚ ਜੀਂਦਿਆਂ ਜੀ ਜਾਇਆ ਜਾ ਸਕਦਾ ਹੈ। ਕੋਈ ਐਸਾ ਨਹੀਂ ਕਿ ਮਰਨ ਤੋਂ ਬਾਅਦ ਹੀ ਉਹਦੇ ਮਹਿਲਾਂ 'ਚ ਜਾਂਦਾ ਹੈ, ਜੀਂਦਿਆਂ ਜੀ ਉਹਦੇ ਮਹਿਲਾਂ 'ਚ ਜਾਇਆ ਜਾ ਸਕਦਾ ਹੈ। ਪਰ ਧੰਦਾ ਇਸ ਨੂੰ ਠੱਗ ਲੈਂਦਾ, ਧੰਦੇ ਦੇ ਚੱਕਰ 'ਚ ਆ ਜਾਂਦਾ। ਧੰਦਾ ਕੀ ਹੈ? ਧੰਦਾ ਹੈ ਕਿ ਸਰੀਰ ਲਈ ਕੁਝ ਕਰਨਾ ਹੈ, ਸਰੀਰ ਦੇ ਸੁੱਖ ਚਾਹੀਦੇ ਨੇ, ਸਰੀਰ ਦੇ ਆਰੇ ਲੱਗਣੇ। ਤੋ ਸਰੀਰ ਦੇ ਸੁੱਖਾਂ ਲਈ ਜੋ ਧਨ ਚਾਹੀਦੇ, ਉਹਦੇ ਵਿੱਚ ਬੰਦਾ ਐਸਾ ਪ੍ਰਵਿਰਤ ਹੁੰਦਾ,
ऐसा ਉਹਦੇ 'ਚ ਮਸਤ ਹੋ ਜਾਂਦਾ ਹੈ, ਫਿਰ ਉਹਨੂੰ ਰੱਬ ਵੀ ਯਾਦ ਨਹੀਂ ਰਹਿੰਦਾ, ਫਿਰ ਉਹਨੂੰ ਸਤਸੰਗ ਵੀ, ਨੇਮ ਵੀ ਯਾਦ ਨਹੀਂ ਰਹਿੰਦਾ, ਫਿਰ ਭੁੱਲ ਜਾਂਦਾ ਸਭ ਕੁਝ। ਇਹਨੂੰ ਕਹਿੰਦੇ ਧੰਦਾ ਜਿਹੜਾ ਹੈ ਇਹ ਬੰਦੇ ਦੇ ਜੀਵਨ ਦੀ ਚੋਰੀ ਕਰਦਾ ਹੈ। ਕਿਵੇਂ ਕਰਦੇ ਆਪਾਂ ਪਿੱਛੇ ਸ਼ਲੋਕਾਂ 'ਚ ਪੜ੍ਹਿਆ ਹੈ। ਹੁਣ ਧੰਦੇ ਕਾਰਨ, ਮਾਇਆ ਕਾਰਨ, ਕਿਸੇ ਕੰਮਕਾਰ ਦੇ ਕਾਰਨ ਉਹਦਾ ਨੇਮ ਟੁੱਟ ਗਿਆ, ਸਤਸੰਗ ਟੁੱਟ ਗਿਆ, ਉਹਦਾ ਰਸ ਭੰਗ ਹੋ ਗਿਆ, ਉਹਦੀ ਕਮਾਈ ਵੇਸਟ ਹੋ ਗਈ, ਤਾਂ ਧੰਦੇ ਨੇ ਉਹਦਾ ਕੰਮ ਖਰਾਬ ਕਰ ਦਿੱਤਾ। ਔਰ ਇਹ ਤੇ ਪਹਿਰਾ ਦੇਣ ਦੀ ਲੋੜ ਹੈ ਕਿ ਜੀਵਨ ਦੇ ਕਿਸ ਹਿੱਸੇ ਚੋਂ ਚੋਰੀ ਹੁੰਦੀ ਹੈ। ਤੇ ਚੋਰੀ ਹੁੰਦੀ ਹੈ ਇੰਦਰੀਆਂ ਰਾਹੀਂ। ਹੋਰ ਚੋਰੀ ਕਿਹੜੀ ਹੋ ਰਹੀ? ਅੰਦਰ ਦੀ ਚੋਰੀ ਇੰਦਰੀਆਂ ਰਾਹੀਂ ਹੁੰਦੀ ਹੈ। ਕਿਤੇ ਇੰਦਰੀਆਂ ਦੇ ਨਾਲ ਗਲਤ ਵੇਖ ਲਿਆ, ਗਲਤ ਬੋਲ ਲਿਆ, ਸੁਣ ਲਿਆ, ਕੁਝ ਐਸਾ ਹੋ ਗਿਆ ਤਾਂ ਚੋਰੀ ਹੋ ਗਈ। ਇਹ ਵੀ ਧੰਦਾ ਹੈ। ਇੰਦਰੀਆਂ ਦੇ ਰਸਾਂ ਪਿੱਛੇ ਭੱਜਿਆ ਤੇ ਕੁਝ ਟੈਕਸ ਭਰਨਾ ਪੈ ਗਿਆ, ਨੋ ਐਂਟਰੀ 'ਚ ਘੁਸ ਗਿਆ। ਤੁਸੀਂ ਕਿਤੇ ਨੋਟ ਕਰਨਾ, ਮੈਂ ਵੀ ਕਰਦਾ, ਆਪਾਂ ਹੁਣ ਸਤਸੰਗ 'ਚ ਬੈਠੇ ਹਾਂ ਤੇ ਸਾਡਾ ਕੋਈ ਨਾ ਕੋਈ ਇੰਦਰਾ ਅਜੇ ਵੀ ਹੋ ਸਕਦਾ ਨੋ ਐਂਟਰੀ 'ਚ ਘੁਸਿਆ ਹੋਵੇ। ਕੋਈ ਇੰਦਰਾ ਸਾਡਾ, ਕੋਈ ਵੀ। ਅੱਖਾਂ ਨੋ ਐਂਟਰੀ 'ਚ, ਜਾਂ ਕੰਨ ਨੋ ਐਂਟਰੀ 'ਚ, ਜਾਂ ਸਾਡੀ ਜ਼ਬਾਨ, ਜਾਂ ਸਾਡੇ ਪੈਰ, ਇਹਨਾਂ 'ਚੋਂ ਕੋਈ ਨਾ ਕੋਈ ਨੋ ਐਂਟਰੀ 'ਚ ਘੁਸਦਾ ਹੈ। ਔਰ ਸਾਨੂੰ ਉਹ ਨੋ ਐਂਟਰੀ ਹੈ ਕਿੱਥੇ, ਇਹਦਾ ਗਿਆਨ ਨਹੀਂ ਹੈ। ਪ੍ਰਭੂ ਮਾਲਕ ਦਾ ਇੱਕ ਅਸੂਲ ਚੱਲ ਰਿਹਾ ਹੈ, ਰੂਲ ਚੱਲ ਰਿਹਾ, ਇੱਥੇ ਵੀ ਨੋ ਐਂਟਰੀ ਹੈ। ਕਿਸੇ ਜਗ੍ਹਾ ਹੈ ਅਗਰ ਅੱਖਾਂ ਉੱਥੇ ਗਈਆਂ ਤੇ ਪ੍ਰੋਬਲਮ ਖੜੀ ਹੋਏਗੀ। ਅਗਰ ਕੰਨ ਉੱਥੇ ਗਏ ਤੇ ਉਹਦਾ ਟੈਕਸ ਭਰਨਾ ਪਏਗਾ। ਇਹ ਸਭ ਧੰਦਾ ਹੈ। ਮੈਂ ਧੰਦੇ ਦਾ ਮੀਨਿੰਗ ਇਹ ਲੈਣਾ, ਜਿੱਥੇ ਮੇਰਾ ਕੋਈ ਆਤਮਿਕ ਨੁਕਸਾਨ ਹੁੰਦਾ ਹੈ, ਜਿੱਥੇ ਮੇਰੀ ਆਤਮਾ ਨੂੰ ਕੋਈ ਟੈਕਸ ਬੇਅਰ ਕਰਨਾ ਪੈਂਦਾ, ਉਹ ਸਭ ਧੰਦਾ ਹੀ ਹੈ। ਗੁਰੂ ਪਾਤਸ਼ਾਹ ਕਹਿੰਦੇ ਨੇ ਕੀਤਾ ਕੀ ਜਾਏ ਕਿ ਮੁੱਠੀ ਗਈ ਇਹ ਜੀਵ ਆਤਮਾ, ਧੰਦੇ ਚੋਰ ਨੇ ਇਸ ਨੂੰ ਲੁੱਟ ਲਿਆ। ਇਹਨੂੰ ਹੁਣ ਰੱਬ ਦਾ ਮਹਿਲ ਨਹੀਂ ਪ੍ਰਾਪਤ ਹੋ ਰਿਹਾ। ਇੱਕ ਤੇ ਇਹ ਕਹਾਣੀ ਹੋਈ। ਇੱਕ ਗੱਲ ਹੋਰ ਹੋਈ, ਉਹ ਇਹਨੇ ਚਿਤ ਕਠੋਰ ਸੇਵ ਗਵਾਈ ਹੈ। ਇਹਦਾ ਫਿਰ ਇੰਨਾ ਚਿੱਤ ਜਿਹੜਾ ਕਠੋਰ ਹੋ ਜਾਂਦਾ ਹੈ, ਫਿਰ ਇਤਨਾ ਕਠੋਰ ਹੋ ਜਾਂਦਾ ਕਿ ਸੇਵ ਗਵਾਈ ਹੈ, ਫਿਰ ਕੀਤੀ ਹੋਈ ਸੇਵਾ ਵੀ ਗਵਾ ਲੈਂਦਾ। ਕੋਈ ਅੱਛਾ ਕਰਮ ਕੀਤਾ ਹੋਵੇ, ਉਸ ਅੱਛੇ ਕਰਮ ਦਾ ਬੈਲੈਂਸ ਕੋਲ ਹੋਵੇ, ਫਿਰ ਉਹ ਵੀ ਗਵਾ ਲੈਂਦੇ। ਕਿਉਂ? ਚਿੱਤ ਕਠੋਰ ਹੋ ਜਾਂਦਾ ਹੈ। ਮੰਨ ਲਓ ਕਿ ਮੇਰਾ ਕੋਈ ਕੰਮ ਨਹੀਂ ਬਣਿਆ ਤੇ ਫਿਰ ਮੇਰਾ ਚਿੱਤ ਹੋਰ ਕਠੋਰ ਹੋ ਜਾਏਗਾ। ਇਹ ਵੀ ਹੋ ਸਕਦਾ ਮੈਂ ਗੁਰੂ ਪ੍ਰਤੀ ਵੀ ਕੋਈ ਅਪਸ਼ਬਦ ਬੋਲਣ ਲੱਗ ਪਵਾਂ, ਗੁਰੂ ਪ੍ਰਤੀ ਵੀ ਮੇਰਾ ਮਨ ਜਿਹੜਾ ਹੈ ਉਹ ਪਿੱਛੇ ਹਟ ਜੇ। ਮੈਂ ਜੀ ਇੰਨਾ ਵਿਸ਼ਵਾਸ ਕਰਦਾ, ਫਿਰ ਵੀ ਮੇਰਾ ਕੰਮ ਨਹੀਂ ਹੋਇਆ। ਮੈਂ ਇਤਨਾ ਗੁਰੂ ਤੇ ਭਰੋਸਾ ਕੀਤਾ, ਫਿਰ ਵੀ ਮੇਰਾ ਬਿਜ਼ਨਸ ਨਹੀਂ ਚੱਲ ਪਾਇਆ। ਮੈਂ ਇੰਨਾ ਗੁਰੂ ਤੇ ਭਰੋਸਾ ਕੀਤਾ, ਫਿਰ ਵੀ ਮੈਂ ਜਿੱਥੇ ਚਾਹੁੰਦਾ ਸੀ ਉੱਥੇ ਮੇਰਾ ਵਿਆਹ ਹੀ ਨਹੀਂ ਹੋਇਆ ਜੀ। ਕਰਦੇ ਨੇ ਲੋਕ, ਦੇਖੇ ਨਹੀਂ ਰੋਂਦੇ ਹੋਏ। ਔਰ ਆਪਣੀ ਕਮੀ ਨਹੀਂ ਦੇਖਦੇ, ਆਪਣੀ ਕਮਜ਼ੋਰੀ ਨਹੀਂ ਦੇਖਦੇ। ਗੁਰੂ ਪਾਤਸ਼ਾਹ ਕਹਿੰਦੇ ਨੇ ਅਗਰ ਆਪਣੀਆਂ ਕਮਜ਼ੋਰੀਆਂ ਦੇਖਣੀਆਂ ਆ ਜਾਣ ਤੇ ਕੋਈ ਦਿੱਕਤ ਨਹੀਂ, ਰੱਬ ਦੀ ਸ਼ਕਤੀ ਸਾਡੇ ਨਾਲ ਚਲੇਗੀ। ਕਿਉਂਕਿ ਪਹਿਲੀ ਲਾਈਨ 'ਚ ਹੀ ਕਿਹਾ, ਅਗਰ ਤੂੰ ਮੇਰੇ ਨਾਲ ਹੋਵੇਂ ਤੇ ਮੈਂ ਸੱਚ ਸੁਣਾਨਾ ਕਿ ਮੈਨੂੰ ਕਿਸੇ ਦੀ ਗੁਲਾਮੀ ਨਹੀਂ ਕਰਨੀ ਪਏਗੀ। ਗੁਲਾਮੀ ਕਰਦੇ ਹੀ ਉਹ ਨੇ ਜਿਨ੍ਹਾਂ ਨੇ ਇੱਕ ਦੀ ਗੁਲਾਮੀ ਨਹੀਂ ਨਾ ਕੀਤੀ, ਉਹਨਾਂ ਨੂੰ ਫਿਰ ਕਈਆਂ ਦੀ ਗੁਲਾਮੀ ਕਰਨੀ ਪਏਗੀ। ਕਮਜ਼ੋਰੀ ਕੀ ਹੈ? ਕਹਿੰਦੇ ਕਮਜ਼ੋਰੀ ਹੈ ਧੰਦਾ। ਧੰਦਾ ਇਹਨੂੰ ਲੁੱਟ ਲੈਂਦਾ, ਧੰਦਾ ਲੁੱਟ ਲੈਂਦਾ, ਚੋਰੀ ਹੋ ਜਾਂਦੀ, ਇਹਨੂੰ ਰੱਬ ਦਾ ਮਹਿਲ ਨਹੀਂ ਮਿਲਦਾ ਤੇ ਇਹਦਾ ਚਿੱਤ ਇੰਨਾ ਕਠੋਰ ਹੋ ਜਾਂਦਾ ਹੈ ਕਿ ਇਹ ਪਹਿਲੀ ਸੇਵਾ ਵੀ ਗਵਾ ਲੈਂਦਾ। ਜੋ ਕੁਝ ਇਹਦੇ ਕੋਲ ਪਹਿਲਾ ਹੁੰਦਾ ਨਾ ਉਹ ਵੀ ਗਵਾ ਲੈਂਦਾ। ਧਿਆਨ ਰਹੇ, ਕੋਈ ਬੰਦਾ ਨਾ ਲਾਲਚੀ ਸੀ, ਔਰ ਕਈ ਵਾਰੀ ਲਾਲਚੀ ਨੂੰ ਇਹ ਪਤਾ ਨਹੀਂ ਹੁੰਦਾ ਕਿ ਮੈਂ ਲਾਲਚੀ ਹਾਂ। ਕਈ ਵਾਰੀ ਐਸਾ ਹੁੰਦਾ। ਉਹਨੇ ਕੀ ਕੀਤਾ,
कि दोवें हत्थां नाल प्रशाद लिया। प्रशाद लैके ते उन्हें जिहड़ा प्रशाद सी वो पिछे कर लिया। जिस हत्थ च प्रशाद लिया सी वो हत्थ पिछे कर लिया। अगू होर लैना चाहता सी ते जिहड़ा वरतावा सी उन्हें देखा भी इस बंदे ने प्रशाद लै लिया तो प्रशाद डबल नहीं देना नहीं चाहिए, ना ही लेना चाहिए ना देना चाहिए। उन्हें देखा भी ये की हिसाब है। अज भी जिहड़ा अध्यात्मक पुरुष होएगा, नाम जपन वाला होएगा, वो प्रशाद एक बारी लेगा, बार बार नहीं लेगा, तो घट वध भी नहीं कहेगा, घट करो वध करो ये भी नहीं कहेगा। जो ਉਹਦੇ हिस्से च आ गया ठीक एक बारी लेना, दोबारा नहीं लेना चाहिए। और एक बारी लेना जरूर चाहिए भी गल है, और दूसरी बारी फिर लेना भी नहीं चाहिए भी गल है। सिस्टम है जी। वो बंदा सी लालची, उन्हें एक बारी प्रशाद ते लिया, प्रशाद लैके ते उन्हें हथ पिछे कर लिया, खब्बा हथ इंज कर लिया उन्हें पिछे, ते अगू होर लेना चाहया। ते जिहड़ा वरतावा सी उन्हें वेख्या भी ये ते प्रशाद ने लिया, ये हथ दस रहे ने। उन्हें कहा की गल है, एक बारी देता प्रशाद, दोबारा नहीं देंगा। वो पिछला जिहड़ा सी अचानक कुत्ता खा गया। वो ना पिछे जोगा रहा ना अगे जोगा रहा। वो तो एक कहावत बनी, भाई जी सुते प्रशाद खा के कुत्ते, कहावत बन गई। सच गल है कि इत्थे हर बंदा सुता होया अपनी पहली किस्मत लुटांदे, अगली होर लेना चाहते। हुंदा की है कि पिछली कुत्ते खा जाते ने ते अगली अगू प्राप्त नहीं होती। गुरु साहब अज इत्थे नवेड़ा कर रहे हैं। साहब कहते ने ऐसी हालत किते साडे नाल तां नहीं हो रही, असी होर पावर नूं गहन करने, असी होर आत्मक बल अपने अंदर स्टोर करने। तो यह ना हो अगला भी सानू ना मिल रहा हो तो पिछला भी कोई कुत्ता खाई जा रहा हो तो पिछले कुत्ते की समझ ना आए किहड़ा कुत्ता जिहड़ा खाई जा रहा। पिछे करन तो पहले भी देखना पेगा, मैं पिछे करके तो अगे लैन लगा कि कुत्ता ही ना खा जाए। ये फिर लालच हो गया ना, लालच दे विच फिर इंज बंदा मरदा है। तो जो लालच ही ना करे, उन्होंने पता कि जिन्ना मिल गया मेरे हिस्से का ठीक है, मैं डबल क्यों ला, वो फिर बच भी जाता है। एग्जाम्पल बाहर दी दे रहा मैं, पर कहानी अंदर दी चल रही है, इशारा अंदर हो रहा है कि वो प्रभु शक्ति साडे नाल क्यों नहीं चलती, ਉਹਦਾ की कारण है, वो सानू परखदी है। साडी परख हर वेले 24 घंटे हो रही है। असी रह रस दे विच एक बचन पढ़ते हाँ, सब निधान 10 अष्ट सिधान ठाकुर कर तल धरिया। सब निधान का अर्थ हुंदा है सारे खजाने, निधान मने खजाने। सब निधान 10 अष्ट सिधान, 10 ते 8 किन्ने होए 18 सिद्धियां शक्तियां रब तली ते रखी बैठा है। सब निधान 10 अष्ट सिधान ठाकुर कल तर धरिया, तली ते रख के बैठा है गुरु। गुरु रब है ना इस ब्रह्मांड का, गुरु कोल ने ना। गुरु सारे खजाने ते सारियां सिद्धियां 18 तली ते लैके बैठा है कि कोई लै लो। पर प्रॉब्लम की है, प्रॉब्लम यही है बंदे दी कि ना पहलियां संभाल पांदा है, ना होर नवियां लै पांदा है। ਉਹਦੇ ਵਿੱਚ ਕਾਰਨ ਦੱਸਿਆ ਵੀ ਇਹਦਾ ਧੰਦਾ, ਧੰਦੇ ਨੂੰ ਪ੍ਰੈਫਰੈਂਸ ਬਹੁਤ ਜ਼ਿਆਦਾ ਦੇ ਦਿੰਦਾ, ਕੰਮ ਨੂੰ ਬਹੁਤ ਜ਼ਿਆਦਾ ਮਾਨਤਾ ਦੇ ਦਿੰਦਾ ਹੈ। ਬਚਨ ਆਂਦਾ ਹੈ, ਮੁਸ ਮੁਸ ਰੋਵੇ ਕਬੀਰ ਕੀ ਮਾਈ। ਕਬੀਰ ਦੀ ਮਾਤਾ ਕਬੀਰ ਦੇ ਸਾਹਮਣੇ ਇੱਕ ਦਿਨ ਰੋਂਦੀ ਏ ਤੇ ਕਬੀਰ ਨੂੰ ਕਹਿੰਦੀ ਏ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇ ਰਗੁਰਾਈ। ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ। ਕਬੀਰ ਨੇ ਕੰਮ ਛੱਡ ਦਿੱਤਾ ਸੀ। ਜਨ ਨਾਨਕ ਕੀਤਾ ਨਾਮ ਧਰ, ਹੋਰ ਛੋੜਿਆ ਧੰਦਾ। ਇੱਕ ਟਾਈਮ ਤੇ ਛੁੱਟ ਵੀ ਜਾਂਦਾ ਵੀ ਮਰਜ਼ ਕਰਾਂ, ਲੋੜ ਦਾ ਹੀ ਰਹਿ ਜਾਂਦਾ। ਤਾਨੇ ਬਾਨੇ ਦਾ ਕੰਮ ਕਰਦੇ ਸੀ ਬਾਬਾ ਕਬੀਰ। ਮਾਂ ਕਹਿ ਰਹੀ ਤਨ ਨਾ ਬੁਨਨਾ ਸਭ ਤਜਿਓ ਹੈ ਕਬੀਰ,
हर का नाम लिख लियो शरीर, जब लग धागा बाहो बेही। कबीर साहब कहते तब लग बिसरे राम स्नेही, ओछी मत मेरी जात जुलाहा, हर का नाम लियो हमें लाहा। मां कहती वे गल किवें बनू, आ बच्चियां नूं कौन पालू। कहत कबीर सुनो मेरी माई, हमरा इनका दाता एक रघुराई। पर यह गल बुद्धिजीव की समझ तो बाहर है। जिहड़ी गल कबीर कह रहे ने कि हमरा इनका दाता एक रघुराई, ये गल समझनी बड़ी मुश्किल है। मां ने कबीर ते भरोसा कर लिया, ये सानू खुआएगा पियाएगा बच्चियां नू पालेगा। कबीर कहते ने मेरे ते भरोसा ना करूं तो रब ते भरोसा कर भला। हुण रब ते भरोसा नहीं बन रहा। कहते ने कहावत बनी हुई है, दांत ना दिए तो दूध दिया। जदों दंद नहीं सन तो दुध दिता सी ना उन्हें, सानू तो पता भी नहीं सी उदों। दांत ना दिए तो दूध दिया, अब दांत दिए तो खाना ना देगा। दंद नहीं सन तो दुध दिता ना उन्हें, हुण दंद दे दिते तो यदा भी इंतजाम करेगा ही वो। उद्यम गुरु पातशाह ने कहा है कि उद्यम करने, पर उद्यम का अर्थ असी दुनियावी पदार्थ ले जाने। धंधे पिछे मनुख धर्म गवा लेंदे ने, धंधे पिछे मनुख की कुछ कर लेंदे ने, सिक्खी गवा लेंदे ने। गुरु पातशाह कहंदे ने ਇਹਦੇ ਨਾਲ ਕੀ ਹੁੰਦਾ ਹੈ कि धंधे ਦੇ ਵਿੱਚ ਫਸਿਆ ਹੋਇਆ ਮਨੁੱਖ ਰੱਬ ਦੇ ਮਹਿਲਾਂ ਤੋਂ ਵਾਂਝਾ ਰਹਿ ਜਾਂਦਾ ਹੈ, ਇਹ ਠੱਗਿਆ ਜਾਂਦਾ ਹੈ ਤੇ ਇਹਦਾ ਚਿੱਤ ਕਠੋਰ ਹੋ ਜਾਂਦਾ ਹੈ। ਇਹਨੂੰ ਅੱਗੋਂ ਫਿਰ ਹੋਰ ਜੋ ਮਿਲਣਾ ਹੈ ਨਾ ਉਹ ਵੀ ਨਹੀਂ ਮਿਲਦਾ, ਤੇ ਜਿਹੜਾ ਪਹਿਲਾ ਹੈ ਉਹ ਵੀ ਗਵਾ ਲੈਂਦਾ ਹੈ। ਕਹਿੰਦੇ ਫਿਰ ਕੀਤਾ ਕੀ ਜਾਏ। ਅਗਲੀਆਂ 3 ਲਾਈਨਾਂ ਚ ਅਗਲੀ ਗੱਲ ਦੱਸੀ। ਕਹਿੰਦੇ ਕਰਨ ਦਾ ਕੰਮ ਇਹ ਹੈ, जित घट सच न पाए सो भन कढ़ाई है। जिस घट विच जिस शरीर विच सच नहीं आया, जिस घट विच सच दा वास नहीं होया, सच मीन्स नाम, जिस घट दे विच सच्चे दा वास नहीं, वाहिगुरु दी याद नहीं बन पाई है, ਉਹ ਬੰਦਾ ਬਸ ਭੰਨਿਆ ਘੜਿਆ ਜਾਂਦਾ, ਭੰਨਿਆ ਘੜਿਆ ਜਾਂਦਾ। ਅੱਜ ਸਰੀਰ ਹੈ, ਸਰੀਰ ਠੀਕਰਾ ਟੁੱਟ ਜਾਏਗਾ, ਇਹ ਸਰੀਰ ਠੀਕਰਾ ਫਿਰ ਬਣ ਜਾਏਗਾ। ਇਹ ਕਈ ਵਾਰ ਪਹਿਲਾਂ ਵੀ ਬਣਿਆ, ਇਦਾਂ ਦਾ ਠੀਕਰਾ ਫਿਰ ਚੁੱਕੀ ਫਿਰੇਗਾ। ਫਿਰ ਇਹ ਵੀ ਪਤਾ ਨਹੀਂ ਕਿ ਇਹੀ ਠੀਕਰਾ ਮਿਲਦਾ ਕਿ ਹੋਰ ਕੋਈ ਠੀਕਰਾ ਮਿਲਦਾ, ਠੀਕਰਾ ਹੀ ਹੈ ਨਾ। ਇਦਾਂ ਠੀਕਰਾ ਚੁੱਕੀ ਫਿਰੇਗਾ ਕਿਉਂਕਿ ਸੱਚ ਦਾ ਵਾਸ ਨਹੀਂ ਹੋਇਆ। ਭੰਨਿਆ ਕਢਾਇਆ ਜਾਏਗਾ, ਜੰਮਣ ਮਰਨ ਚ ਪਿਆਰੇਗਾ, ਜੰਮ ਜੰਮ ਮਰਿਆ ਮਰਿਆ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੈ। ਕਿਉਂਕਿ ਜਿਸ ਸਰੀਰ ਦੇ ਅੰਦਰ ਸੱਚ ਦਾ ਵਾਸ ਨਹੀਂ ਹੋਇਆ, ਨਾਮ ਦਾ ਵਾਸ ਨਹੀਂ ਹੋਇਆ, ਉਸ ਦੀ ਗੱਲ ਕੀ ਕਿ ਉਹਦੀ ਜ਼ਿੰਦਗੀ ਫਿਰ ਇਦਾਂ ਹੀ ਹੋਏਗੀ। ਤੇ ਅੱਗੇ ਕਹਿੰਦੇ ਹਨ, क्यों कर पूरे वट तोल तुलाई है। कहते किवें पूरे वट्टे जिन्हां दे नाल मनुख दी जिंदगी दा नाप तोल हुंदा है। साडी जिंदगी हर वेले तोली जा रही है रब दे घर च। रब दी निगाह हर वेले साडे ते है, सानू हर वेले तोल रहा है कि कदों कोई पूरा उतरे ते मेरे च आ जाए। वो सानू तोलदा है। ਉਹਦੇ ਤੋਲਣ ਦੇ ਜਿਹੜੇ ਵੱਟੇ ਨੇ ਨਾ ਉਹ ਵੀ ਬੜੇ ਕਮਾਲ ਦੇ ਨੇ। ਅਸੀਂ ਪੜ੍ਹਦੇ ਹਾਂ ਜਪਜੀ ਸਾਹਿਬ ਚ, ਅਮੁੱਲ ਤੁਲ ਅਮੁੱਲ ਪ੍ਰਵਾਨ। ਤੇ ਪ੍ਰਮਾਤਮਾ ਤੇਰਾ ਤੋਲ ਵੀ ਬੜਾ ਅਮੁੱਲ ਹੈ ਤੇ ਪ੍ਰਵਾਨ ਵੀ ਬੜਾ ਅਮੁੱਲ ਹੈ। ਪ੍ਰਵਾਨ ਦਾ ਵੱਟਾ ਜਾਂ ਵੱਟੇ ਜਿਹਦੇ ਨਾਲ ਆਤਮਾ ਨੂੰ ਤੋਲਿਆ ਜਾਂਦਾ, ਆਤਮਾ ਦੇ ਵੇਟ ਨੂੰ ਦੇਖਿਆ ਜਾਂਦਾ, ਆਤਮਾ ਦੀ ਸਚਾਈ ਨੂੰ ਪਰਖਿਆ ਜਾਂਦਾ। ਆਖਰ ਕਿਸ ਤਰ੍ਹਾਂ ਖਰੇ ਖੋਟੇ ਦੀ ਪਹਿਚਾਣ ਹੋਏਗੀ, ਕਿਵੇਂ ਕੀਤਾ ਜਾਏਗਾ। ਦੇਖਣ ਦਾ ਕੋਈ ਪੈਮਾਨਾ ਤੇ ਹੈ ਨਾ।
जिन्हां वटियां दे नाल जिंदगी का फैसला हुंदा है, तोलिया जांदा है, उहनूं कहंदे आ मुल तुल, अमुल परवार। उन्होंने अमुल दे विच गिणिया, तेरे वट्टे भी अमुल ने। इत्थे गुरु पातशाह कह रहे ने, कहंदे क्यों कर पूरै वट तोल तुलाइए। जदों जीवन दे तोल नूं तोलिया जाए, इसदा हिसाब कीता जाए जिंदगी दा, ते अदों ये पूरा नहीं उतर सकदा, क्योंकि वट्टे पूरे ने। उन्हां वट्टियां दे मुताबिक इस आत्मा का उन्ना ही वेट चाहिए जितनी कि उन्हां वट्टियां दे मुताबिक गल है। जाते वट मुताबिक इसका वेट हो जाए, इसकी आत्मा का यदा पुण्य हो जाए वट्टिया मुताबिक, तो जां फिर उस तो अगे हो जाए तां है। अपने जरा पुण्य पढ़न की कोशिश करना। पुण्य नूं पढ़ना चाहिए, ताई तो पता चलेगा। पुण्य पहले वाले संभालने ते नवें होर इकट्ठे करने, ये अत्यंत जरूरी है। कल एक गल चली सी, जदों असी प्रभु मालक की बंदगी करनी है, सब तो पहला साना मन दे नाल फेस कर। मन की है? जिथे ख्याल उठते हैं, ये मन ने, विचार उठ रहे हैं, मन ने। मन दे विच जो कुछ हुंदा है, उहदा फैसला करने वाली जिहड़ी बुद्धि है, वो रुकावट खड़ी करेगी। बुद्धि बुद्धि की करेगी? ये सियाणप, जिथे बंदा सियाणप बरतदा है, इंज कर लो, इंज कर लो। मन जिहड़ा है वो फिर भी संकल्प विकल्प ही करता है। बुद्धि ते उसनूं पता नहीं की कुछ किस तरह के निर्णय कर करके दिखाउंदी है, उत्थे बंदा फस जाता है। अगर प्रभु मालक के उत्ते ही छड्ड के डोर उहदे भरोसे ते चल पवे तो बुद्धि का विनाश हो जाता है। फिर बुद्धि जिहड़ी है वो अपनी चंचलता ही नहीं करती। कहो कबीर चंचल मत त्यागी, उत्थे चंचल मत का त्याग हो जाता। ते जदों वो शुभ कर्मां दी दात चित्त विच चली जाती, फिर चौथा च चित्त, चेतनता जिसनूं कहे, उहदे चला जाता है चित्त विच। पर एक फिर खतरा हो रहा अहंग का। उत्थे फिर यह होएगा कि देखिया ना मैं कर लिया। यह चार रूप अंदर बनते हैं। पहला मन, जिथे संकल्प विकल्प उठते हैं। उस तो बाद बुद्धि जिहड़ी अपने फैसले देंदी है कि यह गलत है कि यह ठीक है, उहदे उत्ते फैसले देंदी है। उत्थे गुरु का शब्द चेते आ जाए, गुरु की कह रहा है, वो अपनी बुद्ध छड्ड के गुरु की गल नूं जान के फिर उहदे मुताबिक फैसला, गुरु ने कहा जी गल खत्म हो गई। नहीं तो बुद्धि फिर रुकावट खड़ी करेगी, फिर अपनी मत कर लेगा बंदा, तो फिर धक्के खाएगा। मन ते बुद्धि दा अगर तारमदार ठीक हो जाए तो जपिया होया नाम, कीती हुई सेवा, कीता होया पुण्य चित्त विच चला जाएगा, कोई अड़चन नहीं, चित्त विच फीड हो जाएगा। पर चौथा अहंग है, वो आके ये ना कि देखो जी मैं कितना सत्संग कर लिया, कितना नेम कर लिया, वो फिर आता बाद, वो लास्ट भी चाहता है। वो नहीं आया तो बस उत्थे फिर वो निमरता च आ गया। वो कहता करन कारण प्रभ एक है, दूसर ना ही कोई। वो कहता वाहिगुरु ने करा लिया। कहते इन्ने बंदे ने वो सत्संग च नहीं आए, तो मैं सत्संग च आया तो मैं नहीं आया, ये वो मैनू लिया, उसकी मेहरबानी, इन्ने बंदे नहीं आ सके, मैनू लिया, तो उसका बहुत बहुत शुक्र है, बहुत बहुत धन्यवाद है। उन्हें मैनू अंमृत छकाता, इन्ने नहीं शक पाए, ये उसकी मेहरबानी है, ये कोई मेरा कुछ नहीं है। ओ मैं भी गई। ऐदा पुण्य जिहड़ा जुड़ता चला जाता। गुरु पातशाह इत्थे कह रहे ने, क्यों कर पूरे वट तोल तुलाइए। जे इस जीवन के तोल नूं उहदे घर च भी तोलिया जाए, उहदे वट्टियां मुताबक, रब दे वट्टियां दे मुताबक जदों तोलिया जाता है, तो यह फिर उहदे वट्टियां दे मुताबक पूरा नहीं उतरदा जीवन, जिस तरह का रब नूं चाहीदा है।
ਤੇ ਕਹਿੰਦੇ ਜੇ ਕਿਤੇ ਹੋ ਜਾਏ ਉਹਦੇ ਮੁਤਾਬਕ ਫਿਰ ਕੋਈ ਨਾ ਆਖੈ ਘਟ ਹੋਵੇਂ ਜਾਈਏ। ਕਹਿੰਦੇ ਕੋਈ ਵੀ ਫਿਰ ਘੱਟ ਨਹੀਂ ਕਹੇਗਾ ਕਿ ਇਹਦਾ ਜੀਵਨ ਦਾ ਮੁੱਲ ਘੱਟ ਹੈ, ਇਸ ਦੇ ਪੁੰਨ ਘੱਟ ਨੇ, ਉਹ ਕਹਿ ਹੀ ਨਹੀਂ ਸਕਦਾ, ਕਿਉਂਕਿ ਜਿੱਥੇ ਹੋਮੈ ਚਲੀ ਜਾਏ ਉੱਥੇ ਫਿਰ ਇਹ ਗੱਲ ਨਹੀਂ ਕਹੀ ਜਾ ਸਕਦੀ। ਹੋਮੈ ਦਾ ਹੀ ਤੇ ਸਾਰਾ ਸਿਲਸਿਲਾ ਹੈ। ਜਦੋਂ ਆਪਣੀ ਮੋਹਰ ਲਾਣੀ ਬੰਦ ਕਰ ਦਿੱਤੀ ਫਿਰ ਇਹਨੂੰ ਕੋਈ ਵੀ ਨਹੀਂ ਕਹੇਗਾ ਕਿ ਤੂੰ ਘੱਟ ਹੈ, ਉਹਨਾਂ ਵਟਿਆਂ ਦੇ ਮੁਤਾਬਕ ਪੂਰਾ ਨਹੀਂ ਉਤਰ ਪਾ ਰਿਹਾ। ਰੱਬ ਦੇ ਤਰਾਜੂ ਦੇ ਵਿੱਚ ਹਰ ਵੇਲੇ ਆਤਮਾ ਨੂੰ ਤੋਲਿਆ ਜਾ ਰਿਹਾ, ਜੀਵਨ ਨੂੰ ਤੋਲਿਆ ਜਾ ਰਿਹਾ। ਜੀਵਨ ਖਰਾ ਹੈ ਕਿ ਖੋਟਾ ਹੈ, ਕਿੰਨਾ ਖਰਾ ਹੈ ਕਿੰਨਾ ਖੋਟਾ ਹੈ, ਕਿੰਨਾ ਖੋਟਾ ਹੋ ਗਿਆ, ਇਹਦੇ 'ਚ ਕਿੰਨਾ ਖਰਾਪਨ ਆ ਗਿਆ, ਹਰ ਵੇਲੇ ਤੋਲਿਆ ਜਾ ਰਿਹਾ। ਫਰਕ ਸਿਰਫ ਇਹ ਹੈ ਕਿ ਮਨੁੱਖ ਨੂੰ ਨਾ ਖਰੇ ਦਾ ਪਤਾ ਹੈ ਨਾ ਖੋਟੇ ਦਾ ਪਤਾ ਹੈ। ਚਲੋ ਖਰੇ ਖੋਟੇ ਦਾ ਦੂਸਰੇ ਦਾ ਕੀ ਜਾਣ ਕੇ ਲੈਣਾ, ਸਵੈਮ ਦਾ ਹੀ ਨਹੀਂ ਪਤਾ ਕਿ ਸਵੈਮ ਦਾ ਖਰਾਪਨ ਕਿੰਨਾ ਹੈ ਤੇ ਖੋਟਾਪਨ ਕਿੰਨਾ ਹੈ। ਅਗਰ ਅਸੀਂ ਆਪਣੀ ਜ਼ਿੰਦਗੀ ਨੂੰ ਦੇਖ ਲਈਏ ਕਿ ਮੇਰੇ ਅੰਦਰ ਖੋਟਾਪਨ ਕਿੰਨਾ ਹੈ ਤੇ ਖਰਾਪਨ ਕਿੰਨਾ ਹੈ, ਤੇ ਸ਼ਾਇਦ ਮੁਸ਼ਕਿਲ ਹੀ ਜਾਣ ਸਕੇ। ਪਰ ਇਸ ਤਰ੍ਹਾਂ ਦੇ ਬੰਦੇ ਹਮੇਸ਼ਾ ਪ੍ਰਿਥਵੀ 'ਚ ਰਹੇ ਨੇ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਹੈ ਕਿ ਕਿੱਥੇ ਸਾਡਾ ਖੋਟਾਪਨ ਹੈ, ਕਿੰਨਾ ਖੋਟਾਪਨ ਪਤਾ ਹੁੰਦਾ। ਐਸੇ ਹੈ, ਐਸੇ ਬਣਨਾ ਹੀ ਪੈਂਦਾ ਹੈ, ਕਿਉਂਕਿ ਜੇ ਖੋਟ ਦਾ ਹੀ ਨਹੀਂ ਪਤਾ ਚੱਲਿਆ ਤੇ ਉਹ ਖੋਟ ਧੋਤੀ ਕਿਸ ਤਰ੍ਹਾਂ ਜਾਏਗੀ। ਪਰ ਇਹ ਕਿਵੇਂ ਪਤਾ ਚੱਲੇ ਕਿ ਕਿੱਥੇ ਖੋਟ ਹੈ ਮੇਰੇ ਅੰਦਰ, ਮੈਂ ਉਹਨੂੰ ਧੋਣਾ ਕਿਵੇਂ, ਤੇ ਕਿੱਥੇ ਹੈ ਖਰਾਪਨ, ਉਹਨੂੰ ਸੰਭਾਲਣਾ ਕਿਵੇਂ। ਦੋਵੇਂ ਸੰਭਾਲਣੇ ਨੇ, ਇੱਕ ਨੂੰ ਹਟਾਣਾ ਹੈ ਇੱਕ ਨੂੰ ਰੱਖਣਾ ਹੈ, ਤੇ ਦੋਵਾਂ ਦਾ ਗਿਆਨ ਚਾਹੀਦਾ ਨਾ ਵੀ ਇਹ ਖਰਾਪਨ ਹੈ ਇਹਨੂੰ ਸੰਭਾਲਣਾ ਹੈ ਮੈਂ, ਇਹ ਖੋਟਾਪਨ ਹੈ ਇਹਨੂੰ ਮੈਂ ਕੱਢਣਾ ਬਾਹਰ। ਇਹ ਕਿੱਥੇ ਗਿਆਨ ਹੋਵੇ। ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਅਗਰ ਹੋਮੈ ਚਲੀ ਜਾਏ, ਹੁਣ ਹੋਮੈ ਚਲੀ ਜਾਏ, ਹੋਮੈ ਦੀ ਵੀ ਤੇ ਪਹਿਚਾਣ ਹੈ ਨਾ ਕਿ ਹੋਮੈ ਕੀ ਹੈ। ਹੋਮੈ ਜਿਹੜੀ ਸਾਡੇ ਅੰਦਰ ਅਸ਼ਾਂਤੀ ਪੈਦਾ ਕਰਦੀ ਹੈ ਉਹ ਹੋਮੈ ਹੈ। ਜਿਹੜੀ ਸਾਨੂੰ ਡਿਸਟਰਬ ਕਰਦੀ ਹੈ, ਸਾਡੇ ਕੋਲ ਸਭ ਕੁਝ ਹੈ ਪਰ ਅੰਦਰ ਸ਼ਾਂਤ ਨਹੀਂ ਹੈ, ਹੋਮੈ ਕਾਰਨ। ਹਰ ਵੇਲੇ ਹੋਮੈ ਦੇ ਵਿੱਚ ਝੁਲਸਦਾ ਰਹਿੰਦਾ ਬੰਦਾ, ਮਨ ਦੀ ਸ਼ਾਂਤੀ ਉਡਾ ਬੈਠਾ, ਆਪਣੀ ਮੋਹਰ ਲਾਉਂਦਾ ਹਰ ਚੀਜ਼ 'ਚ। ਗੁਰੂ ਪਾਤਸ਼ਾਹ ਕਹਿੰਦੇ ਨੇ ਜੀ, ਕੋਈ ਨਾ ਆਖੈ ਘਟ ਹੋਮੈ ਜਾਈਐ। ਇਹ ਸੀ 6 ਲਾਈਨਾਂ। ਪਹਿਲੀਆਂ 3 ਲਾਈਨਾਂ ਦੇ ਵਿੱਚ ਮਨੁੱਖੀ ਕਮਜ਼ੋਰੀ, ਦੂਸਰੀਆਂ 3 ਲਾਈਨਾਂ ਦੇ ਅੰਦਰ ਮਨੁੱਖੀ ਵਰਕ ਕੰਮ ਕਰਨ ਲਈ ਕਿਹਾ ਗਿਆ ਵੀ ਇਹ ਕਰੋ। ਲਾਸਟ 2 ਲਾਈਨਾਂ ਦੇ ਵਿੱਚ ਰੱਬ ਪ੍ਰਤੀ ਇੱਕ ਗੱਲ ਕਹੀ, ਉਹ ਇਹ ਹੈ ਰੱਬ ਤੇ ਗੁਰੂ। ਲੈਣ ਖਰੇ ਪਰਖ ਦਰ ਵੀ ਨਹੀਂ ਹੈ। ਕਹਿੰਦੇ ਜਿਹੜਾ ਅੱਖਾਂ ਵਾਲਾ ਹੈ ਨਾ, ਰੱਬ ਅੱਖਾਂ ਵਾਲਾ ਹੈ ਨਾ, ਉਹਦੇ ਦਰ ਤੇ ਪਰਖ ਹੁੰਦੀ ਹੈ ਖਰੇ ਦੀ। ਖਰਿਆਂ ਨੂੰ ਸੰਭਾਲਿਆ ਜਾਂਦਾ ਕਿਉਂਕਿ ਅੱਖਾਂ ਵਾਲੇ ਦੇ ਘਰ 'ਚ ਗੱਲ ਚੱਲ ਰਹੀ ਹੈ। ਇਸ ਦੁਨੀਆ ਦੇ ਅੰਦਰ ਇਹ ਅੱਖਾਂ ਵੀ ਸਾਰਿਆਂ ਕੋਲ ਨਹੀਂ ਹੁੰਦੀਆਂ ਜੀ, ਸੱਚ ਹੈ। ਪਰ ਇਹ ਨਹੀਂ ਕਹਿ ਸਕਦੇ ਵੀ ਇੱਥੇ ਅੱਖਾਂ ਮਿਲ ਨਹੀਂ ਸਕਦੀਆਂ, ਇਹ ਨਹੀਂ ਹੈ। ਇਹੀ ਗੱਲ ਗੁਰੂ ਸਾਹਿਬ ਇੱਥੇ ਸਮਝਾ ਰਹੇ ਨੇ। ਕਹਿੰਦੇ ਅੱਖਾਂ ਵਾਲੇ ਦੇ ਘਰ 'ਚ ਇਸ ਜੀਵ ਨੂੰ ਫਿਰ ਪਰਖਿਆ ਜਾਂਦਾ ਹੈ, ਇਸ ਦੇ ਖਰੇਪਨ ਨੂੰ ਦੇਖਿਆ ਜਾਂਦਾ ਹੈ। ਪਰ ਇਹਦੀ ਪਹਿਚਾਣ ਕਿਸ ਤਰ੍ਹਾਂ ਆਵੇ? ਲਾਸਟ ਵਿੱਚ ਗੁਰੂ ਪ੍ਰਤੀ ਗੱਲ ਕਹਿ ਰਹੇ ਨੇ। ਕਹਿੰਦੇ ਨੇ ਸੋਦਾ ਇਕਤ ਹੱਟ ਪੂਰੈ ਗੁਰ ਪਾਈਐ। ਕਹਿੰਦੇ ਇਹ ਸੌਦਾ ਇੱਕ ਦੀ ਹੱਟੀ 'ਚ, ਇੱਕ ਦੀ ਦੁਕਾਨ ਤੇ ਹੈ, ਉਹ ਹੈ ਗੁਰੂ। ਪੂਰੇ ਗੁਰੂ ਤੋਂ ਇਹ ਵਾਲਾ ਸੌਦਾ ਜਿਹੜਾ ਹੈ ਪ੍ਰਾਪਤ ਹੁੰਦਾ ਹੈ। ਕਿਹੜਾ ਸੌਦਾ ਜੀ? ਜਿਹੜਾ ਰੱਬ ਦੇ ਘਰ 'ਚ ਚੱਲਦਾ ਹੈ, ਜਿਹੜਾ ਰੱਬ ਨੂੰ ਪਸੰਦ ਹੈ। ਜਦੋਂ ਕਿ ਰੱਬ ਉਸ ਦੀ ਤਰਫ ਖੜਾ ਹੋ ਜਾਂਦਾ ਹੈ, ਉਸ ਤਰਫ ਖੜਾ ਹੋ ਜਾਂਦਾ ਜਿੱਧਰ ਉਹ ਖੜਾ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਦੀ ਇੱਕ ਗਾਥਾ ਹੈ
कि जो माछीवाड़े के जंगल च सतगुरु सच्चा पातशाह ढीम का सराहना लैके विश्राम कर रहे सन, भाई दया सिंह, भाई मान सिंह, भाई धर्म सिंह, ये तिन्ने प्यारे गुरु साहब को उत्थे मिले। इन्हां तिन्हां ने गुरु साहब को कहा, सॉरी भाई दया सिंह, भाई मान सिंह, इन्हां दवां ने गुरु साहब को कहा, महाराज असी ते इत्थे तीन हाँ, दो असी ते एक आप जी हो, बहुत बड़ा युद्ध होया है, सिंह शहीद हो गए ने, तुहाडे बड़े साहिबजादे भी, ते हुण महाराज असी सिर्फ तीन ही हाँ। उत्थे गुरु कलगीधर पातशाह कहन लगे नहीं असी चार हाँ। कहने कि चौथा कौन है? कहते चौथा तुहानू नहीं पता, रब है, परमात्मा है, वो साडे नाल है। कलगीधर पातशाह कहते जी वो साडे नाल है ते ए जिहड़ा लश्कर आ रहा है ये तो टिड्डी दल है, ये साडे सामने की है, असी इन्हां नाल जूझांगे, लड़ांगे। कहते साडे तिन्हां दे हुंदियां ते ओ चौथा जे साडे नाल है तो यह साडा कुछ भी नहीं बिगाड़ सकणगे। और ऐसा ही होया भी। गुरु साहब कहते हैं भी जदों असी उस परमात्मा शक्ति नूं नाल लैके चलते हाँ, उस वेले जीवन दे विच सफलताइयां ही सफलताइयां हन, पर वो शक्ति साडे नाल तां चलेगी जिहड़ियां इत्थे गल्लां समझाइयां ने कि जिहड़ा धंधा साडे मनां दे विच छा जांदा है। ये धंधे दे दो रूप ने जी। एक तो धंधे का मतलब ये है कि जिवें सत्संग का टाइम हो गया है पर मैं फिर भी अपने काम च लगा होया, नहीं मैनूं छड्ड देना चाहिए काम। काम पहले नहीं है, पहला काम वो है, काम बाद च, हुण काम बाद च। एक बड़ा प्यारा गुरसिख सी, वो कह लगा जी मेरा काम ही उदों होंदा जदों सत्संग दे विच मैं आउणा, उदों मेरा काम हुंदा है। असीं उहनूं छोटी जी गल कही सी पर उहदी समझ विच नहीं आई। असीं उहनूं ये कहा सी तू सत्संग जाया कर, कहंदा जी गाहक ही आंदा उस टाइम, मैं कि तू मना कर दिया कर। कहंदा फिर मेरा की बनेगा? मैं कहता भरोसा ही नहीं फिर तेनों, जा ते गुरु ते डायरैक्ट भरोसा कर ते जा फिर तेने कोई गुरसिख कह रहा भी तू इदां कर, तू करके देख लै, थोड़े दिन करके देख लै। गुरु जिहड़ा उस टाइम दे उत्ते तेरे कोल ग्राहक आंदा तो अगे पीछे करा देगा गुरु, तू ते पक्का हो। लेकिन नहीं, जदों लैना होवे कुछ ते अपना बंदा त्याग भी नहीं कर सकता, अपनियां छोटियां छोटियां चीज़ां भी नहीं त्याग सकता ते वड्डियां नूं जफे मारना चाहता है। एवें थोड़ी मिल जांदियां वड्डियां चीज़ां, त्याग करने पैंदे ने। गुरु की कीमत का पता होवे। मेरा एक गुरसिख मित्र सी, असी किसी बंदे नूं मिलन गए। मैं कहा यार वो तेरे बाबू जी नूं मिलना सी। बाबू जी का मुंडा आ गया, बाबू जी पूजा कर रहे हैं। पूजा कर रहे ने बाबू जी? जब बाबू जी पूजा कर रहे थे, की पूजा कर रहे हैं? अंदर देखा उन्हें एक मूर्ति रखी हुई, निक्की जी टल्ली बजाई जा रहा। वो कह जी पूजा करे, ठीक है ठीक है, वह इष्ट कर रहे। मेरे नाल जिहड़ा मेरा मित्र गया सी, मैं कहा देखो इनू अपनी पूजा का कितना फिक्र है, अपनी पूजा कर रहा है, असी मिलन आए पर कहना नहीं इन्हों को मैं बाद च मिलांगा, मैं पूजा कर रहा। तो सानू कोई मिलन आवे तो असी अपना नितनेम बंद करके उन्होंने मिलनी शुरू हो जाए। कमाल है, साडी सिक्खी है। सानू अपना नेम पूरा करना चाहिए, बाद च मिलांगे भी जो भी तेरा जरूरी काम है। पहला काम साडा जरूरी ये है, बिच ही फोन सुनन लग पैंदे हां, बंद कर देना चाहिए। फिर तुसी देखो भाग किवें लगदे ने, साडियां अड़चनां किवें दूर होंदियां ने, साडियां मुसीबतां किवें कटदियां जदों असी त्याग करते हैं। यही गुरु साहब कहते भी धंधा सानू लुट लैंदा है, यह धंधा साडी चोरी करता है। कुछ दिन असी सत्संग की बरकत सानू प्राप्त होती है, कुछ दिन असी संगत चाहते हैं, सानू बरकत मिलनी शुरू हो जाती है। उस तो बाद असी की करते हैं, असी फिर काम च फस जाते हैं, वो जी फिर बरकत मिलनी बंद हो जाती है। फिर की होंदा है,
थोड़े दिनों बाद वो जी बरकत मेरी सी जिदा काम चलता पाया सी, पहला सत्संग किया सी, ਉਹਦੇ ਨਾਲ काम चलना शुरू हो गया सी। ਉਹਨੇ सोचा जी काम मेरा चलना शुरू हो गया। वो काम तो अजे शुरू होया सी, ਉਹਨੇ ਕਿਹਾ ਉਹ ਲੋੜ नहीं मैनू सत्संग, बाद च लाले पै जाते हैं, फिर बीच आना शुरू होता, फिर बीच मिस करता। सतगुर सिख का हलत पलत सवारे, दोवें गुरु जिहड़े सवारदे। सानू अपने जिहड़े नेम ने ਉਹਦੀ ਪਕਿਆਈ ਬਣਾਈਏ, ਸਤਸੰਗ ਦੇ ਨੇਮ ਦੀ ਪਕਿਆਈ ਬਣਾਈਏ, ਆਪਣੇ ਜਿਹੜੇ ਨੇਮ ਸਾਡੇ ਪਾਠ ਹੈਗੇ ਨੇ ਉਹਨਾਂ ਦੀ ਪਕਿਆਈ ਬਣਾਈਏ, ਉਹਨੂੰ ਪਹਿਲ ਦਈਏ, ਉਹ ਸਮਾਂ ਕਿਸੇ ਹੋਰ ਨੂੰ ਨਾ ਦਈਏ, ਆਪਣੇ ਗੁਰੂ ਨੂੰ ਦਈਏ। ਇੱਕ ਤੇ ਇਹ ਧੰਦਾ। ਦੂਸਰਾ ਧੰਦਾ, ਜਿਹੜੀਆਂ ਸਾਡੀਆਂ ਇੰਦਰੀਆਂ ਨੋ ਐਂਟਰੀ 'ਚ ਚਲੀਆਂ ਜਾਂਦੀਆਂ ਨੇ, ਇਹਦੀ ਪਹਿਚਾਣ ਸਾਨੂੰ ਐਸੇ ਤੋਂ ਹੋਣੀ ਹੈ ਜਦੋਂ ਅਸੀਂ ਨੇਮ ਦੇ ਵਿੱਚ ਪੱਕੇ ਹੋਵਾਂਗੇ। अजे असी नेम च पक्के नहीं हाँ, इसलिए साडियां इंद्रियां सुतियां ने, सानू ये पता नहीं चलता कि साडी इंद्री केड़ी नो एंट्री च चली गई है जिथे साडी आत्मा नू टैक्स भरना पै गया। इदां बंदे टैक्स ही भरते रह जाते हैं सारी जिंदगी। गुरु पातशाह 100 गल्लां दी एक गल कर रहे ने, कहंदे ने गुरु है मेन, गुरु श्री गुरु ग्रंथ साहब जी, शब्द गुरु, ज्ञान गुरु, आत्म उपदेशो। इस ज्ञान गुरु की कीमत नू समझिए, इनू प्रैफरेंस दईए, इनू वडियाई दईए, इहदी थिंकिंग नू समझिए, ते इहदे दसे मुताबिक जदों असीं चलदे हां ते असीं अध्यंत उच्चे हो जाते हाँ। साडी बहुत आत्मा बलवान हो जाती है, शक्तिशाली हो जाती है, और साडे सारे काम ये फिर गुरु शब्द पूरे करता है। इस शब्द च दसिया गया कि साडियां कमजोरियां कित्थे कित्थे ने, जिस करके सानू नुकसान होंदे ने, और रब शक्ति साडे नाल नहीं चलती। रब शक्ति नू चलाने वास्ते सानू की करना पेगा। हाँ, किसी दी छोटे पद्धर ते चलती है, किसी दी वड्डे पद्धर ते चलती है, पर सारे संसार दे अंदर चले। जिदा असीं पढ़दे थे ना वाहिगुरू जी का खालसा वाहिगुरू जी की पढ़दे, दा मीनिंग पता कितना गहरा है। एक दूसरे को याद कराया जाता है। वैसे अद्धा बोलना चाहिए, अद्धा बोलना चाहिए। जो को सानू गुरसिख मिले तो अद्धा बोलो वाहिगुरू जी का खालसा, अद्धा दूसरे को सुनो, दूसरा कहेगा वाहिगुरू जी की फतेह। इंज पूरा बनता है, यह नहीं कि पूरा बोलते हैं, पूरा नहीं। अद्धा सवाल है, अद्धा उहदा जवाब है। जो असीं अद्धा बोलिया, इसका मतलब असीं एहसास करा दे वाहिगुरू जी का खालसा है, ये जो खालसा दिख रहा है ये वाहिगुरू का है। दूसरा कह रहा है कि फिर खालसे की फतेह, वो कह रहा है फिर फतेह भी फिर वाहिगुरू की है, कि फतेह का हंकार ना हो जाए कि फतेह मेरी। इन्ना वड्डा लॉजिक ये छुपया पिया। तो गुरसिख करते सन। आओ गुरु नानक दे घर जन्म होया है, इस बाणी नू विचारीए, समझिए, अपना जीवन उच्चा चुकीए। इस पौड़ी नू पढ़ लीए जी। पौड़ी जा तू तां क्या होर, मैं सच सुनाई है, मुठी तंदै चोर मैल न पाई है, इन्हें चित कठोर सेव गवाई है, जित घट सच न पाए सो भन कढ़ाई है, क्यों कर पूरे वट तोल तोलाई है, कोई ना आखे घट होमे जाइए, लयन खरे परख दर भी नहीं है, सौदा इकत हट पूरे गुर पाई है। वाहिगुरू जी का खालसा, वाहिगुरू जी की फतेह।